नमस्कार, मैं हूं तरुण गोयल और इस समय आप सीधी तस्वीरें देख रहे हैं हरियाणा के फतेहाबाद शहर से। मेरे पीछे आप कुछ किसान नेता देख रहे हैं, जहां आज किसान यूनियन ने अपना धरना समाप्त करने की घोषणा कर दी है 378 दिन के बाद। जहां दिल्ली से तंबू उखाड़े जाने लगे हैं, तो वहीं कुछ पंजाब से आए किसानों ने अपना तंबू गाड़ दिया, एक बार फिर गाड़ दिया। कारण क्या है वो इनसे ही जानेंगे। मैं आपको बता दूं कि पराग सीड एक कंपनी है, जो फैक्ट्री है जहां पर सीड बनाया जाता है, जहां पर बीज बनाया जाता है। इनका आरोप है कि इस कंपनी के बीज से, इस फैक्ट्री के बीज से उनकी जो धान की फसल है वह खराब हो गई है। जहां इन एक किले में 32 क्विंटल के करीब फसल होनी चाहिए, तो उसकी जो एवरेज आ रही है वो 16 क्विंटल से लेकर 22 क्विंटल तक की आ रही है। और भी अन्य काफ़ी आरोप लगाए जा रहे हैं इनके द्वारा। मैं आपको बता दूं कि आज 378 दिन के बाद धरना समाप्त करने की घोषणा कर दी गई है। राकेश टिकैत का बयान अभी हमने आपको दिखाया था, जिसमें साफ तौर पर कहा था कि अभी किसान वापस पंजाब की ओर लौट जाएगा। 11 दिसंबर को सभी टोल पर जश्न मनाया जाएगा, लेकिन आज 9 दिसंबर को ही तंबू फिर से गाड़ दिया गया है। देखिए आप, लाल जो झंडे हैं यहाँ पर लहराए जा रहे हैं, उसके अलावा भी नारे भी लगाए जा रहे थे इनके द्वारा। मैं आपको बता दूं कि कुछ जो किसान खेती बचाओ किसानी से जो नेता हैं, चमकौर सिंह है, उसके अलावा मोगा से जो दुकानदार है वह भी आए हैं, और जो पीड़ित किसान है वह भी यहाँ पहुँचे हैं। इनका आरोप है कि इस बीज से उनकी जो फसल है वह खराब हो गई है। बाकी जान लेते हैं कि पूरा मामला क्या है। नमस्कार जी। ਅਸੀਂ ਸਾਰੇ ਕਿਸਾਨ ਮੋਗੇ ਤੋਂ ਆਏ ਹਾਂ, ਅਲੱਗ-ਅਲੱਗ ਬਲਾਕਾਂ ਤੋਂ। ਅਸੀਂ ਪਰਾਗ ਸੀਡ ਕੰਪਨੀ ਫਤਿਆਬਾਦ ਤੋਂ ਝੋਨੇ ਦਾ ਸੀਡ ਇਹਨਾਂ ਨੇ ਮੋਗੇ ਵੇਚਿਆ ਸੀ ਅਰੋੜਾ ਸੀਡਸ ਨੂੰ। ਉਹਨਾਂ ਤੋਂ ਵੱਖ-ਵੱਖ ਦੁਕਾਨਦਾਰਾਂ ਨੇ ਵੱਖ-ਵੱਖ ਕਿਸਾਨਾਂ ਨੂੰ ਇਹ ਸੀਡ ਦਿੱਤਾ, ਜਿਹਦੇ ਵਿੱਚ ਬਹੁਤ ਜ਼ਿਆਦਾ ਰਲਿਆ ਵਾ ਬੀਜ ਸੀਗਾ। ਔਰ ਉਸ ਤੋਂ ਬਾਅਦ ਅਸੀਂ ਕੰਪਨੀ ਨੂੰ ਸ਼ਿਕਾਇਤ ਕੀਤੀ, ਡੀਲਰਾਂ ਨੂੰ ਕੀਤੀ, ਡੀਲਰਾਂ ਨੇ ਕੰਪਨੀ ਨੂੰ ਸ਼ਿਕਾਇਤ ਕੀਤੀ। ਕੰਪਨੀ ਨੇ ਬਕਾਇਦਾ ਇੱਕ ਆਪਦੇ ਬੀਜ ਮਾਹਰਾਂ ਦੀ ਟੀਮ ਮੋਗੇ ਭੇਜੀ। ਉਸ ਟੀਮ ਨੇ ਕੱਲੇ ਜ਼ਿਮੀਂਦਾਰ ਦੇ ਘਰੇ ਖੇਤ ਜਾ ਕੇ ਨਾਲ ਡੀਲਰਾਂ ਨੂੰ ਲੈ ਕੇ ਸਾਡੇ ਝੋਨੇ ਦਾ ਮੁਆਇਨਾ ਕੀਤਾ, ਔਰ ਉਹਨਾਂ ਨੇ ਉੱਥੇ ਮੰਨਿਆ ਕਿ ਸਾਡੇ ਬੀਜ ਦੇ ਵਿੱਚ ਰਲੇਵਾਂ ਆ ਗਿਆ, ਅਸੀਂ ਇਹਨੂੰ ਮੰਨਦੇ ਹਾਂ। ਔਰ ਨਾਲ ਉਹਨਾਂ ਨੇ ਬਕਾਇਦਾ ਇੱਕ ਹਲਫੀਆ ਬਿਆਨ ਦਿੱਤਾ ਕਿ ਝੋਨੇ ਦਾ ਝਾੜ ਜੋ ਯੂਨੀਵਰਸਿਟੀ ਵੈਸੇ ਸਾਡੇ 37-38 ਕੁਇੰਟਲ ਝਾੜ ਨਿਕਲਦੇ ਆ ਸਾਡੇ ਮਤਲਬ ਜ਼ਮੀਨਾਂ 'ਚ ਪਾਣੀ ਲੱਗਦੇ ਆ ਨਹਿਰੀ ਬਹੁਤ ਜ਼ਿਆਦਾ, ਪਰ ਫਿਰ ਵੀ ਇਹਨਾਂ ਨੇ ਸਾਨੂੰ ਸਟੈਂਡਰਡ ਜੋ ਯੂਨੀਵਰਸਿਟੀ ਦਾ ਸੀ 32 ਕੁਇੰਟਲ ਝਾੜ ਦੀ ਗਰੰਟੀ ਕੀਤੀ। ਉਹਦੇ ਸੰਬੰਧ 'ਚ ਇਹਨਾਂ ਨੇ ਦੁਕਾਨਦਾਰਾਂ ਨੂੰ ਹਲਫੀਆ ਬਿਆਨ ਦਿੱਤਾ, ਜੋ ਕਿ ਇਹਨਾਂ ਦਾ ਇੱਕ ਨਿਰਾ ਫਰਾਡ ਸੀਗਾ। ਉਹ ਇਹ ਸੀ ਵੀ ਆਪਦਾ ਕਣਕ ਦਾ ਸੀਜ਼ਨ ਲਗਾ ਲਗੇ ਔਰ ਜ਼ਿਮੀਂਦਾਰਾਂ ਨੂੰ ਲੰਬਾ ਖਿੱਚ ਲਗੇ। ਉਸ ਤੋਂ ਬਾਅਦ ਜਦੋਂ ਸਾਡੇ ਝੋਨੇ ਕੱਟਣ ਦੀ ਰੁੱਤ ਆਈ, ਅਸੀਂ ਫਿਰ ਇਹਨਾਂ ਨੂੰ ਇੰਟੀਮੇਸ਼ਨ ਦਿੱਤਾ। ਇਹ ਸਾਡੇ ਸੱਦੇ 'ਤੇ ਗਏ, ਇਹਨਾਂ ਦੇ ਬੰਦੇ ਗਏ, ਇਹਨਾਂ ਨੇ ਜਾ ਕੇ ਕੱਲੇ ਜ਼ਿਮੀਂਦਾਰ ਦਾ ਝੋਨਾ ਤੋਲਿਆ। ਇਹਨਾਂ ਦੇ ਮੁਲਾਜ਼ਮਾਂ ਨੇ ਸਾਰਾ ਉਹ ਤਲਾਇਆ, ਜਿਹੜਾ ਕਿ ਲੈ ਕੇ 15-16 ਕੁਇੰਟਲ ਤੋਂ 22-23 ਕੁਇੰਟਲ ਦੇ ਵਿਚਕਾਰ ਨਿਕਲਿਆ ਅਲੱਗ-ਅਲੱਗ ਜ਼ਿਮੀਂਦਾਰਾਂ ਦਾ। ਉਸ ਤੋਂ ਬਾਅਦ ਕੰਪਨੀ ਹੁਣ ਜਦੋਂ ਭਰਪਾਈ ਕਰਨ ਦਾ ਸਮਾਂ ਆਇਆ, ਆਪਦੇ ਭਰਪਾਈ ਕਰਨ ਤੋਂ ਭੱਜ ਗਈ ਆ, ਜਿਹਦੇ ਰੋਸ ਦੇ ਅਸੀਂ ਇਸ ਤੋਂ ਪਹਿਲਾਂ ਸਿੰਘੂ ਮੋਰਚੇ ਤੋਂ ਸ਼ਿਕਾਇਤ ਕੀਤੀ। ਉਹਨਾਂ ਨੇ 5 ਮੈਂਬਰੀ ਕਮੇਟੀ ਬਣਾਈ ਸੀਗੀ। ਉਸ ਕਮੇਟੀ ਦੇ ਵਿੱਚ ਨਿਰਭੈ ਸਿੰਘ ਢੁੱਡੀ ਕੇ, ਸਰਦਾਰ ਬਲਵੰਤ ਸਿੰਘ ਬਹਿਰਾਮ ਕੇ, ਕਾਮਰੇਡ ਸੂਰ ਸਿੰਘ ਤੇ 2 ਹੋਰ ਮੈਂਬਰ ਸੀ ਜਿਹੜੇ ਉਹਨਾਂ ਨੇ ਨਾਲ ਬਕਾਇਦਾ ਟੀਮ ਭੇਜੀ। ਉਸ ਦਿਨ ਕੰਪਨੀ ਦੇ ਮਾਲਕ ਨੂੰ ਪਤਾ ਲੱਗ ਗਿਆ। ਸਾਡੇ ਆਉਣ ਤੋਂ ਪਹਿਲਾਂ ਤਾਂ ਕੰਪਨੀ ਨੂੰ ਲੋਕ ਲਾ ਕੇ ਭੱਜ ਗਏ, ਫਿਰ ਲੋਕ ਤਾਂ ਖੋਲ੍ਹਤੇ, ਪਰ ਉਸ ਦਿਨ ਮਾਲਕ ਨਹੀਂ ਮਿਲਿਆ ਸਾਨੂੰ। ਉਸ ਦਿਨ ਸਿੰਘੂ ਮੋਰਚੇ ਤੋਂ ਆਈ ਟੀਮ ਨੇ ਬਕਾਇਦਾ ਇਹਨਾਂ ਨੂੰ ਰਿਟਨ ਲਿਖ ਕੇ ਦਿੱਤਾ, ਮਹਿੰਦਰ ਸਿੰਘ ਸੀ ਇਹਨਾਂ ਦੇ ਕੋਈ ਮੁਲਾਜ਼ਮ, ਕਿ ਤੁਸੀਂ ਆਹ ਸਾਡੀ ਇੰਟੀਮੇਸ਼ਨ ਦੇ ਦਿਓ, 2-4 ਦਿਨਾਂ ਦੇ ਵਿੱਚ ਇਹਨਾਂ ਜ਼ਿਮੀਂਦਾਰਾਂ ਨਾਲ ਗੱਲ ਕਰਕੇ ਨਿਬੇੜੋ, ਨਹੀਂ ਨਿਬੇੜੋਗੇ ਤਾਂ ਅਸੀਂ ਇੱਥੇ ਤੰਬੂ ਲਾਵਾਂਗੇ ਪੱਕੇ ਤੌਰ 'ਤੇ। ਇਹਨਾਂ ਨੇ ਸਾਡੇ ਨਾਲ ਕੋਈ ਨਿਬੇੜਿਆ ਨਹੀਂ ਗਾ, ਕੰਪਨੀ ਭੱਜ ਗਈ ਆ। ਹੁਣ ਅਸੀਂ ਇੱਥੇ ਆ ਕੇ ਬਹਿ ਗਏ ਹਾਂ। ਜੋ ਟਰਾਲੀਆਂ ਜੋ ਅਸੀਂ ਜਸ਼ਨ ਮਨਾਉਣੇ ਸੀਗੇ, ਉਹ ਜਸ਼ਨ ਹੁਣ ਕੋਈ ਨਹੀਂ, ਉਹ ਅਸੀਂ ਇੱਥੇ ਮਨਾ ਲਾਂਗੇ। ਜੇ ਅੱਜ ਨਹੀਂ ਨਿਬੜਦੇ ਸ਼ਾਮ ਤੱਕ, ਤਾਂ ਅਸੀਂ ਇੰਟੀਮੇਸ਼ਨ ਦੇਣਾ ਕੱਲ੍ਹ ਨੂੰ ਜਿਹੜੀਆਂ ਟਰਾਲੀਆਂ ਪੰਜਾਬ ਨੂੰ ਜਾਣਗੀਆਂ, ਉਹ ਪੰਜਾਬ ਦੀ ਬਜਾਏ ਸਿੱਧੀਆਂ ਸਿਰਸੇ ਜਾਣਗੀਆਂ। ਅਸੀਂ ਹੁਣ ਵੀ ਕੰਪਨੀ ਮਾਲਕ ਨੂੰ ਫਤਿਆਬਾਦ ਆਉਣਗੀਆਂ, ਅਸੀਂ ਹੁਣ ਵੀ ਬੇਨਤੀ ਕਰਦੇ ਹਾਂ ਕੰਪਨੀ ਮਾਲਕ ਨੂੰ ਕਿ ਜਲਦੀ ਤੋਂ ਜਲਦੀ ਕਿਸਾਨਾਂ ਦੇ ਪੀੜਤ ਕਿਸਾਨਾਂ ਦੀ ਬਾਂਹ ਫੜੇ, ਇਹਨਾਂ ਨਾਲ ਨਿਬੇੜੇ। ਕਿਉਂਕਿ 32 ਸਾਲ ਹੋ ਗਏ ਆ ਇਸ ਕੰਪਨੀ ਨੂੰ, ਜਿਹੜੀ 20 ਰੁਪਈਏ ਕਿਲੋ ਵਾਲਾ ਝੋਨਾ 60 ਰੁਪਈਏ ਵੇਚਦੀ ਆ। ਕੀ ਗੱਲ, ਜੇ ਕੋਈ ਪ੍ਰੋਬਲਮ ਆਈ ਤਾਂ ਕਿਉਂ ਨਹੀਂ? ਸੈਕੰਡਲੀ ਅਸੀਂ ਇੱਥੋਂ ਦੀ ਜਿਹੜਾ ਪ੍ਰਸ਼ਾਸਨ ਆ ਉਹਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਦੇ ਨੱਕ ਥੱਲੇ ਇਹ ਬੰਦਾ ਐਡੇ ਭੈੜੇ ਬੀਜ ਵੇਚ ਰਿਹਾ, ਗਲਤ ਬੀਜ ਵੇਚ ਰਿਹਾ, ਇਹਨੂੰ ਕੋਈ ਚੈੱਕ ਨਹੀਂ ਕਰਦਾ। ਸੀਡ ਸਰਟੀਫਿਕੇਸ਼ਨ ਅਥਾਰਟੀ ਹਰਿਆਣੇ ਦੀ ਕਿੱਥੇ ਸੁੱਤੀ ਆ? ਸੀਡ ਸਰਟੀਫਿਕੇਸ਼ਨ ਅਥਾਰਟੀ ਨੇ ਇੱਥੇ ਟੈਗ ਲਾਏ ਆ, ਜਿਹਦੇ ਵਿੱਚ ਉਹਨਾਂ ਨੇ ਫਾਊਂਡੇਸ਼ਨ ਸੀਡ ਦਿੱਤਾ ਸਾਨੂੰ ਪਲੱਸ ਸਰਟੀਫਾਈਡ। ਜੇ ਸੀਡ ਸਰਟੀਫਿਕੇਸ਼ਨ ਅਥਾਰਟੀ ਨੇ ਫਾਊਂਡੇਸ਼ਨ ਅਤੇ ਸਰਟੀਫਾਈਡ ਦੇ ਟੈਗ ਲਾਏ ਆ, ਤਾਂ ਅਥਾਰਟੀ ਦੇਖੇ ਉਹ ਮਾਲ ਕਿੱਥੋਂ ਆਇਆ। ਇਹਦੇ ਵਿੱਚ ਜਿੰਨਾ ਦੋਸ਼ੀ ਭੁਪਿੰਦਰ ਕੁਮਾਰ ਆ, ਉਨੀ ਦੋਸ਼ੀ ਸੀਡ ਸਰਟੀਫਿਕੇਸ਼ਨ ਅਥਾਰਟੀ ਵੀ ਆ।
ਅਸੀਂ ਡੀਸੀ ਸਾਹਿਬ ਤੋਂ ਤੇ ਇੱਥੋਂ ਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦ ਸਾਨੂੰ ਰਾਹਤ ਦਵਾਈ ਜਾਵੇ। ਅਗਰ ਇਹ ਰਾਹਤ ਨਹੀਂ ਦਵਾਉਣਗੇ ਤਾਂ ਅਸੀਂ ਇੱਥੋਂ ਜਾਵਾਂਗੇ ਨਹੀਂ, ਹੁਣ ਅਸੀਂ ਤੇ ਪੱਕੇ ਤੰਬੂ ਲਾਵਾਂਗੇ। ਇਸ ਤੋਂ ਬਾਅਦ ਅਗਲੀ ਗੱਲ ਸਾਡੇ ਪ੍ਰਧਾਨ ਹਲਫੀਆ ਬਿਆਨ ਦਾ ਜ਼ਿਕਰ ਕੀਤਾ ਹੈ, ਕੀ ਹਲਫੀਆ ਬਿਆਨ ਸੀਗਾ? ਇਹਨਾਂ ਨੇ ਜੀ ਜਦੋਂ ਉੱਥੇ ਗਏ, ਸਾਡਾ ਉੱਥੇ ਇਕੱਠ ਹੋਇਆ, ਬਕਾਇਦਾ ਇਹਨਾਂ ਨੇ ਮੀਟਿੰਗ ਕੀਤੀ ਭੁਪਿੰਦਰ ਕੁਮਾਰ ਨੇ, ਇਹਨਾਂ ਦੇ ਨਾਲ ਕੋਈ ਪ੍ਰੋਡਿਊਸਰ ਐਸੋਸੀਏਸ਼ਨ ਤੋਂ ਹੋਰ ਵੀ ਬੰਦੇ ਸੀਗੇ। ਇਹਨਾਂ ਨੇ ਸਾਨੂੰ ਇੱਕ ਹਲਫੀਆ ਬਿਆਨ ਦਿੱਤਾ ਜਿਹਦੀ ਕਾਪੀ ਮੇਰੇ ਕੋਲੇ ਹੈ। ਇਹਨਾਂ ਨੇ ਹਲਫੀਆ ਬਿਆਨ ਦਿੱਤਾ ਕਿ ਕਿਸੇ ਵੀ ਜ਼ਿਮੀਂਦਾਰ ਦਾ ਜਿਹੜਾ 32 ਕੁਇੰਟਲ ਤੋਂ ਝੋਨੇ ਦਾ ਝਾੜ ਘਟੂਗਾ ਉਹਦੀ ਭਰਪਾਈ ਅਸੀਂ ਕਰਾਂਗੇ, ਅਸੀਂ ਜ਼ਿੰਮੇਵਾਰ ਹਾਂ। ਸਾਡੇ ਨਾਲ ਬੜੇ ਖੁਸ਼ਗਵਾਰ ਮਾਹੌਲ 'ਚ ਇਹਨਾਂ ਨੇ ਗੱਲਬਾਤ ਕੀਤੀ, ਪਰ ਸਾਨੂੰ ਹੁਣ ਪਤਾ ਲੱਗਾ ਕਿ ਉਹ ਨਿਰਾ ਧੋਖਾ ਸੀਗਾ ਸਾਡੇ ਨਾਲ। ਤੁਸੀਂ ਪੰਜਾਬੀ 'ਚ ਪੜ੍ਹ ਕੇ ਸੁਣਾਓ, ਸਾਈਨ ਕਿੰਨੇ ਕੀਤੇ ਹੋਏ? ਇਹ ਜਿਹੜੇ ਸਾਈਨ ਕੀਤੇ ਆ ਜੀ, ਇਹ ਭੁਪਿੰਦਰ ਕੁਮਾਰ ਦੇ ਕੀਤੇ ਆ। ਇਹਨਾਂ ਨੇ ਜੋ ਲਿਖਿਆ ਇਹਦੇ ਉੱਤੇ ਬਿਆਨ ਹਲਫੀਆ, ਮੈਂ ਭੁਪਿੰਦਰ ਕੁਮਾਰ ਗੋਇਲ ਪ੍ਰੋਪਰਾਈਟਰਸ ਪ੍ਰਾਗ ਸੀਡ ਪ੍ਰਾਈਵੇਟ ਲਿਮਟਿਡ ਫਤਿਆਬਾਦ ਹਰਿਆਣਾ ਦਾ ਹਾਂ ਅਤੇ ਹੇਠ ਲਿਖਿਆ ਬਿਆਨ ਕਰਦਾ ਹਾਂ ਕਿ ਸਾਡੀ ਫਰਮ ਵੱਲੋਂ ਝੋਨੇ ਦਾ ਪੂਸਾ 44 ਫਾਊਂਡੇਸ਼ਨ ਐਂਡ ਸਰਟੀਫਾਈਡ ਬੀਜ ਜੋ ਕਿ ਅਰੋੜਾ ਬ੍ਰਦਰਜ਼ ਰੇਲਵੇ ਰੋਡ ਮੋਗਾ ਨੂੰ ਦਿੱਤਾ ਗਿਆ ਸੀ, ਇਹ ਕਿ ਅਰੋੜਾ ਬ੍ਰਦਰਜ਼ ਵਾਲਿਆਂ ਨੇ ਅੱਗੇ ਇਹ ਬੀਜ ਦੁਕਾਨਦਾਰਾਂ ਅਤੇ ਜ਼ਿਮੀਂਦਾਰਾਂ ਨੂੰ ਵੇਚ ਦਿੱਤਾ। ਇਹ ਕਿ ਅਰੋੜਾ ਬ੍ਰਦਰਜ਼ ਨੂੰ ਫਰਮ ਪ੍ਰਾਗ ਸੀਡ ਨੂੰ ਸ਼ਿਕਾਇਤ ਕੀਤੀ ਕਿ ਇਸ ਬੀਜ ਵਿੱਚ ਮਿਕਸਿੰਗ ਹੈ। ਜਦੋਂ ਅਸੀਂ ਜਾ ਕੇ ਫਸਲ ਵੇਖੀ, ਵਾਕਿਆ ਹੀ ਬੀਜ ਵਿੱਚ ਮਿਕਸਿੰਗ ਹੈ। ਇਹ ਕਿ ਮੈਂ ਫਾਰਮ ਮਾਲਕ ਵਾਅਦਾ ਕਰਦਾ ਹਾਂ, ਜੇਕਰ ਇਸ ਬੀਜ ਦਾ ਝਾੜ ਪ੍ਰਤੀ ਏਕੜ 32 ਕੁਇੰਟਲ ਤੋਂ ਘੱਟ ਨਿਕਲਦਾ ਹੈ ਤਾਂ ਮੈਂ ਇਸ ਦੀ ਭਰਪਾਈ ਕਰਨ ਦਾ ਜ਼ਿੰਮੇਵਾਰ ਹੋਵਾਂਗਾ। ਇਹ ਕਿ ਅਰੋੜਾ ਬ੍ਰਦਰਜ਼ ਨੇ ਇਹ ਸਾਡਾ ਬੀਜ ਤਰਲੋਕ ਸਿੰਘ ਐਂਡ ਸੰਸ ਮੋਗਾ, ਹੀਰਾ ਸਿੰਘ ਸਰਜੀਤ ਸਿੰਘ ਮੋਗਾ, ਖੇਤੀ ਸੇਵਾ ਸੈਂਟਰ ਧਰਮਕੋਟ, ਦਸ਼ਮੇਸ਼ ਸੀਡ ਐਂਡ ਕੈਮੀਕਲ ਕੋਟ ਇਸੇ ਖਾਂ ਤੇ ਹੋਰ ਜ਼ਿਮੀਂਦਾਰਾਂ ਨੂੰ ਵੇਚ ਦਿੱਤਾ ਹੈ। ਇਹ ਕਿ ਜੇਕਰ ਮੈਂ ਇਹਨਾਂ ਸ਼ਰਤਾਂ ਤੋਂ ਭੱਜਾਂਗਾ ਤਾਂ ਮੇਰੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੈਂ ਉਸ ਦਾ ਜ਼ਿੰਮੇਵਾਰ ਹੋਵਾਂਗਾ। ਇਹ ਕਿ ਇਸ ਹਲਫੀਆ ਬਿਆਨ ਨਾਲ ਬਿੱਲ ਦੀ ਕਾਪੀ ਨਾਲ ਨੱਥੀ ਹੈ। ਦੂਸਰਾ ਬਿੱਲ ਜੋ ਸਿੰਗਲਾ ਟ੍ਰੇਡਿੰਗ ਕੰਪਨੀ ਨਿਹਾਲ ਸਿੰਘ ਵਾਲਾ ਤੋਂ ਅਰੋੜਾ ਬ੍ਰਦਰ ਨੇ ਲਿਆ ਹੈ, ਉਹ ਵੀ ਪ੍ਰਾਗ ਸੀਡ ਦਾ ਬਿੱਲ ਹੈ ਜੀ। ਬਿਆਨਕਰਤਾ ਭੁਪਿੰਦਰ ਕੁਮਾਰ, ਮੈਂ ਹਲਫ ਨਾਲ ਬਿਆਨ ਕਰਦਾ ਹਾਂ ਕਿ ਮੇਰਾ ਉਕਤ ਇਲਮ ਯਕੀਨ ਦਰੁਸਤ ਹੈ ਅਤੇ ਉਪਰੋਕਤ ਤੱਥਾਂ ਵਿੱਚ ਕੋਈ ਗੱਲ ਛੁਪਾ ਕੇ ਨਹੀਂ ਰੱਖੀ ਗਈ। ਬਿਆਨਕਰਤਾ ਭੁਪਿੰਦਰ ਸਿੰਘ ਪਲੱਸ ਇਹਦੇ ਨਾਲ ਜੀ ਇਹਨੇ ਆਪਦੀ ਪਹਿਚਾਣ ਨੋਟਰੀ ਤੋਂ ਟੈਸਟ ਕਰਾਉਣ ਵੇਲੇ ਜੋ ਆਪਦੀ ਪਹਿਚਾਣ ਸੀ ਉਹਨੂੰ ਦਰਸਾਉਂਦਾ ਆਪਦਾ ਆਧਾਰ ਕਾਰਡ ਜਾਂ ਮੇਰਾ ड्राइविंग लाइसेंस ਆ वो भी लाया बाकायदा प्रूफ वजों। आपने अभी किसान प्रतिनिधि को सुना जिन्होंने भूपेंद्र गोयल के द्वारा दिया गया एक शपथ पत्र पढ़कर सुनाया, जो भूपेंद्र गोयल ने किसान प्रतिनिधियों को मोगा जाकर दिया था, जिसमें साफ साफ तौर पर लिखा गया है कि यदि उनके बीज से उनकी फसल 32 क्विंटल प्रति किला से कम होती है तो उसका मुआवजा देने के लिए कंपनी बाध्य है। लेकिन उसके बाद इनका आरोप है कि कंपनी उनसे वार्तालाप करने के लिए तैयार नहीं है। पिछले दिनों जब 5 से 7 दिन पहले संयुक्त किसान मोर्चा के तत्वाधान में 5 सदस्यीय कमेटी जब यहाँ पहुँची थी तो मालिकों ने मिलने से मना कर दिया था, मालिक इधर उधर हो गए थे, जिसके बाद इंटीमेशन है जो वो मुलाजिम को दे दी गई थी। क्यों मिलने को तैयार नहीं है ये हम भूपेंद्र गोयल से भी जानेंगे। अभी भूपेंद्र गोयल के बारे में हमें भी पता लगा है कि फैक्ट्री के अंदर मौजूद है। हम हरियाणा की गूंज के कैमरे पर उनसे जवाब लेंगे कि जब उनके द्वारा शपथ पत्र दिया गया है जिसके अंदर साफ तौर पर लिखा गया है कि यदि वह शर्तें नहीं मानता है तो ये किसी भी तरह की कानूनी कार्रवाई करने के लिए बाध्य है, तो उसके बाद वह क्यों भागते फिर रहे हैं। यदि उनके बीज में गलती है, उनका बीज गलत है तो वह इनको मुआवजा दे, यदि नहीं है तो इनसे आकर वार्तालाप करे। लेकिन वार्तालाप ही किसी भी चीज़ का अगर कहें तो नतीजा निकाल सकता है, चुप्पी किसी भी चीज़ का नतीजा नहीं निकाल सकती है। हमारे साथ अन्य नेता हैं चमकौर सिंह, इनसे भी जान लेते हैं कि यदि फैक्ट्री मालिकों और किसानों में वार्तालाप नहीं बनती है, नतीजा सिरे नहीं चढ़ता है तो आगे की क्या रणनीति रहेगी। देखो जी, जिद्दां दिल्ली दे विच अंदोलन ਚੱਲਿਆ, मोदी सरकार ਨੂੰ किसान जथेबंदियां संयुक्त मोर्चे ने हराया, ਉਸੇ ਤਰ੍ਹਾਂ ਅੱਜ ਅਸੀਂ ਇੱਥੇ ਆਏ ਆ ਵੀ ਆਪਦੀ ਲੈ ਕੇ ਆਏ ਗੱਲਬਾਤ ਵੀ ਸਾਡਾ ਆਹ ਨੁਕਸਾਨ ਹੋਇਆ ਦੀ ਭਰਪਾਈ ਇਹ ਮਾਲਕ ਇੱਥੋਂ ਦਾ ਕਰੇ, ਜਿਹੜਾ ਭੁਪਿੰਦਰ ਕੁਮਾਰ ਹੈਗਾ। ਜੇਕਰ ਉਹਦੀ ਨਹੀਂ ਭਰਪਾਈ ਹੁੰਦੀ ਤਾਂ ਸਾਡਾ ਪੱਕਾ ਮੋਰਚਾ ਇੱਥੇ ਜਿਵੇਂ ਦਿੱਲੀ ਦੇ ਵਿੱਚ ਲੱਗਿਆ ਇਹ ਜਾਰੀ ਰਹੂਗਾ। ਜਿੰਨਾ ਚਿਰ ਸਾਡੇ ਕਿਸਾਨਾਂ ਜਾਂ ਡੀਲਰਾਂ ਦਾ ਨੁਕਸਾਨ ਦੀ ਭਰਪਾਈ ਨਹੀਂ ਹੁੰਦੀ ਉਹਨਾਂ ਚਿਰ ਮੋਰਚਾ ਇਹ ਲਗਾਤਾਰ ਚੱਲਦਾ ਰਹੂਗਾ। ਕਿਹੜੇ-ਕਿਹੜੇ ਡਿਪਾਰਟਮੈਂਟ 'ਚ ਸ਼ਿਕਾਇਤਾਂ ਕੀਤੀ ਗਈ ਹੈ?
ਖੇਤੀ ਐਗਰੀਕਲਚਰ 'ਚ ਵੀ ਕੀਤੀ ਆ, ਡੀਸੀ ਸਾਹਿਬ ਨੂੰ ਵੀ ਦਿੱਤਾ ਵਾ, ਸਾਰਿਆਂ ਨੂੰ ਦਿੱਤਾ ਵਾ। ਉਸ ਤੋਂ ਬਾਅਦ ਚੰਨੀ ਸਾਹਿਬ ਨੂੰ ਪੰਜਾਬ ਦੇ ਵਿੱਚ ਮੁੱਖ ਮੰਤਰੀ, ਉਹਨੂੰ ਵੀ ਐਪਲੀਕੇਸ਼ਨ ਦਿੱਤੀ ਵੀ ਆ। ਸਾਰਾ ਕੁਝ ਦੇ ਕੇ ਉਦੋਂ ਬਾਅਦ ਅਸੀਂ ਇੱਥੇ ਬੈਠੇ ਜੋ ਸਾਡਾ ਕੋਈ ਹੱਲ ਨਹੀਂ ਹੋਇਆ, ਉਦੋਂ ਬਾਅਦ ਧਰਨਾ ਲਾਇਆ। ਮੋਗਾ ਦੇ ਕੁੱਲ ਕਿੰਨੇ ਕਿਸਾਨ ਹੈ ਜਿਨ੍ਹਾਂ ਦੀ ਫਸਲਾਂ ਖਰਾਬ ਹੋਈ ਹੈ? ਮੋਗਾ ਦੇ ਬਹੁਤ ਸਾਰੇ ਆ ਜੀ ਡੀਲਰ, 5-6 ਤਾਂ ਡੀਲਰ ਹੀ ਜਿਨ੍ਹਾਂ ਤੋਂ ਬੀਜ ਲੈ ਕੇ ਗਾਂਹ ਵੇਚਿਆ। ਬਾਘਾ ਪੁਰਾਣਾ ਬਲਾਕ, ਨਿਹਾਲ ਸਿੰਘ ਵਾਲਾ, ਜਿਹੜੀ ਧਰਮਕੋਟ, ਸਾਰੇ ਬਲਾਕਾਂ ਦੇ 5000 ਏਕੜ ਉਹਦੇ ਵਿੱਚ ਕਿਸਾਨ 40-50 ਤਾਂ ਆਉਣਗੇ। 5000 एकड़ की फसल खराब हुई है, कहना हूँ। 250 किसान आ जो मोगा के किसान आए हुए हैं उन्होंने बड़ा आरोप लगाते हुए कहा है कि कुल 5000 एकड़ के करीब उनकी जो फसल है वो खराब हो गई है। बहुत बड़ी बात इन्होंने कह दी है। उसके अलावा चमकौर सिंह ने एक ऐलान कर दिया है कि जो दिल्ली से ट्रालियाँ जश्न मनाते हुए पंजाब लौटेगी उसको फतेहाबाद ही रोक लिया जाएगा। मैं कैमरामैन से कहना चाहूँगा एक बार पीछे दिखा दे, फैक्ट्री के अंदर चाय पानी का लंगर शुरू कर दिया गया है। देखिए पक्का मोर्चा लगाने की ठान ली गई है। हालांकि भूपेंद्र गोयल इसके बारे में क्या बोलेंगे, भूपेंद्र गोयल से भी जानेंगे। मैं आपको एक बार फिर बता देता हूं कि आज पंजाब के मोगा से किसान प्रतिनिधियों ने फतेहाबाद की पराग सीड के बाहर धरना दिया है। इनका आरोप है कि पराग सीड के बीज से उनकी जो धान की फसल है वो प्रति किला आधी रह गई है। जहां 32 क्विंटल प्रति किला जो प्रति एकड़ इनकी फसल होनी चाहिए थी वह फसल मात्र 16 क्विंटल प्रति एकड़ रह गई है। अब उनसे जानेंगे कि जो भूपेंद्र गोयल है, पराग इंडस्ट्रीज के जो पराग सीड्स के मालिक है, उनसे हम जवाब लेंगे कि आखिर ऐसा क्यों हुआ, क्या प्राकृतिक आपदा रही है या उनके बीज में किसी तरह की कमी रही है। हमारे साथ पराग सीड के जो मालिक है भूपेंद्र गोयल वो भी जुड़ चुके हैं। अभी हमने आपको पहले बताया था कि भूपेंद्र गोयल के द्वारा एक हल्फिया बयान दिया गया था जिसमें लिखा गया है कि यदि किसी भी तरह का अगर उनकी फसल खराब हुई है तो उसको भुगतने का, मुआवजा भुगतने को वो तैयार हैं। लेकिन अब जान लेते हैं कि यदि उन्होंने एफिडेविट दिया है तो अब वो संवाद करने से क्यों कतरा रहे हैं। भूपेंद्र जी, आपकी फैक्ट्री के बाहर किसानों ने धरना दे दिया है, क्या मामला है पूरा? सर ये हमने धान का बीज अरोड़ा ब्रदर्स मोगा वालों को दिया था। उन्होंने हमारे से बीज मंगवा लिया। 8,43,000 का बीज था। उन्होंने बाद में हमें कहा भी ये पैडी है ना पूसा 44, ये वाटर की कंजम्पशन ज़्यादा है, इस बिकती नहीं। तो उन्होंने हमारे को 4 लाख रुपए दे दिए, बाकी पैसे रोक लिए जी। और फिर बाद में हमें कंप्लेंट करी भी ये इस धान में मिक्स है, किसानों की शिकायत आई है, वो हमारे से पैसा मारना चाहते हैं हमारा। फिर हमारे को धोखे से बुला लिया वहाँ भी, आप आ जाओ अपने पैसे ले जाओ यहाँ से। और वहाँ 150 बंदे इकट्ठे कर लिए। उन्होंने फिर हमारे से लिखित में लिखवा लिया भी आप ऐसे धान की 32 क्विंटल की भरपाई करो। अब ये बंदे लेके आए हैं, अनड्यू प्रेशर कर रहे हैं। इन्होंने हमारे को नोटिस भिजवाया है वहाँ से, ये मुख्य कृषि अधिकारी की मोगा से, तो उसका हमने लीगल नोटिस दे दिया है। क्या आपने हल्फिया बयान दिया था, क्या आपने दिया था या आपसे लिया गया था? हमारे से लिया गया था जी। तो ऐसे ही क्या मतलब जरूरत आन पड़ी थी कि आप प्रेशर 150 बंदा इकट्ठा कर लिया जी वहाँ पे। वो कहते हैं भी अगर हमारे को तो आज ही फैसला करके जाओ, नहीं तो आपको अभी यहाँ जाने नहीं देंगे आपको। तो अब किसान धरना लगा के बैठे हैं, आपने संवाद किया उनसे कुछ तरह का? कोई इनसे कोई बातचीत करने को तैयार ही नहीं है जी वो। तो क्या डिमांड है उनकी, क्या मतलब मांग है मुख्य? हमारे को भी हमारा झाड़ कम आया है, उसके पैसे दो जी। अभी कुछ दिन पहले आपको नोटिस भिजवाया गया था मुख्य कृषि अधिकारी के द्वारा, जवाब दिया गया आपके द्वारा? हाँ, हमने लीगल नोटिस, वकील के द्वारा लीगल नोटिस भेज दिया जी। जो रिप्लाई दे दिया उसका, जो नोटिस आया था ना हमें, उसका रिप्लाई हमने सेंड कर दिया। क्या लगता है भूपेंद्र जी, देखो सीधा सवाल मैं हरियाणा की गूंज पर ले रहा हूँ, क्या लगता है जो किसान आरोप लगा रहे हैं कि आपके बीज से उनकी फसल है जो आधी रह गई है, क्या इस आरोपों को मानते हैं आप? नहीं, ये आरोप निराधार है। ये फसल जो खराब हुई है प्राकृतिक आपदा की वजह से खराब हुई है। पीछे हरियाणा पंजाब में बहुत ज़्यादा बरसातें हुई है, उसकी वजह से झाड़ कम आया है जी। भूपेंद्र गोयल को आप सुन रहे थे, जो पराग सीड के मालिक है, जिन्होंने साफ तौर पर हरियाणा की गूंज के कैमरे पर कहा है कि जो फसल खराब हुई है वह मात्र एक प्राकृतिक आपदा है। लेकिन जो ये किसानों के द्वारा जो धरना लगाया गया है वो किसानों के द्वारा नहीं लगाया गया है, बल्कि इनके एक डीलर हैं अरोड़ा ब्रदर्स, जिनको ये माल सप्लाई करते हैं। उस डीलर ने इनकी 4 लाख रुपए की राशि रोकी हुई है। 8,43,000 रुपये का माल इनकी फैक्ट्री से डीलर को गया था, जिसमें 4,43,000 कुछ रुपए का भुगतान उसने कर दिया था। लेकिन 4 लाख रुपए जब इनके द्वारा मांगे जा रहे थे तो वह आनाकानी करने लगा। लेकिन जब यहां से दबाव डाला जाने लगा तो उसने किसानों को भड़काकर इनकी फैक्ट्री के बाहर धरना लगा दिया। भूपेंद्र गोयल ने हरियाणा की गूंज के कैमरे पर साफ कहा है कि मुख्य कृषि अधिकारी के द्वारा उन्हें एक नोटिस दिया गया था, जिसके संबंध में जवाब दायर कर दिया गया है। कैमरामैन मोनू जांगड़ा के साथ तरुण गोयल, फतेहाबाद, हरियाणा की गूंज।